ਅੱਜ ਦੇ ਦੀਵਾਨਾਂ ਦੇ ਵਿੱਚ ਜਿੱਥੇ ਅਸੀਂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਕੁਝ ਵਿਚਾਰਾਂ ਲੈਣੀਆਂ ਨੇ, ਉੱਥੇ ਕੁਝ ਕੁ ਵਿਚਾਰਾਂ ਮੈਂ ਆਪ ਸੰਗਤ ਦੇ ਨਾਲ ਜੋ ਬੜੀਆਂ ਵਧੀਆ ਮੈਨੂੰ ਲੱਗੀਆਂ ਤੇ ਮੈਂ ਅੱਜ ਪੜ੍ਹ ਰਿਹਾ ਸਾਂ, ਮੈਂ ਸੋਚਿਆ ਵੀ ਆਪ ਸੰਗਤ ਦੇ ਨਾਲ ਵੀ ਜ਼ਰੂਰ ਉਹ ਸਾਂਝੀਆਂ ਕਰਾਂ। ਤੋ ਆਪਾਂ ਜੀ ਵਿਚਾਰਾਂ ਦੀ ਇੱਥੋਂ ਰਮਤਾ ਕਰ ਲੈਂਦੇ ਹਾਂ ਕਿ ਸਭ ਤੋਂ ਪਹਿਲਾਂ ਆਪਾਂ ਬਾਬਾ ਜੀ ਦੀ ਬਾਣੀ ਦੇ ਵਿੱਚੋਂ ਤੇ ਉਹ ਚੁੱਭੀ ਮਾਰਦੇ ਹੋਏ ਆਪਾਂ ਨਾਲ ਦੀ ਨਾਲ ਉਹਨਾਂ ਦੇ ਵੱਲ ਵੀ ਜ਼ਰੂਰ ਧਿਆਨ ਦੇਵਾਂਗੇ। ਸੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਆ ਕਿ ਸਈ ਪੂਰੇ ਸ਼ਾਹ ਜਿਨੀ ਪੂਰਾ ਪਾਇਆ, ਵੀ ਅਸਲ ਦੇ ਵਿੱਚ ਅਸਲੀ ਸ਼ਾਹ ਨੇ। ਸ਼ਾਹ ਦਾ ਅਰਥ ਜਿੱਦਾਂ ਆਪਾਂ ਸ਼ਾਹੂਕਾਰ ਕਹਿੰਦੇ ਆ ਨਾ, ਤੇ ਸਤਿਗੁਰੂ ਕਹਿੰਦੇ ਉਹ ਪੂਰੇ ਸ਼ਾਹ ਨੇ ਜਿਨ੍ਹਾਂ ਨੇ ਪੂਰੇ ਪਰਮਾਤਮਾ ਨੂੰ ਪਾ ਲਿਆ। ਪੂਰਾ ਪਰਮਾਤਮਾ ਜੀ, ਇਸ ਕਰਕੇ ਉਹਨਾਂ ਨੂੰ ਪੂਰਾ ਸ਼ਬਦ ਲਿਖਣਾ ਪੈ ਰਿਹਾ ਕਿ ਕੋਈ ਮਨ ਦੇ ਵਿੱਚ ਸ਼ੰਕਾ ਨਾ ਲੈ ਕੇ ਆਵੇ ਕਿ ਸ਼ਾਇਦ ਕੋਈ ਰੱਬ ਦੂਜਾ ਵੀ ਹੈ। ਇੱਥੇ ਅਧੂਰੇ ਰੱਬ ਦੀ ਗੱਲ ਨਹੀਂ ਕੀਤੀ, ਇੱਥੇ ਨਾ ਹੀ ਅਧੂਰੇ ਸਤਿਗੁਰੂ ਦੀ ਗੱਲ ਕੀਤੀ ਹੈ। ਸਤਿਗੁਰੂ ਹਮੇਸ਼ਾ ਪੂਰਾ ਹੁੰਦਾ ਹੈ। ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸੁਖਮਨੀ ਸਾਹਿਬ ਦੇ ਵਿੱਚ ਅਖੀਰਲੀ ਅਸ਼ਟਪਦੀ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹੀ ਗੱਲ ਕਹਿੰਦੇ ਆ ਵੀ ਪੂਰਾ ਪ੍ਰਭੂ ਮੈਂ ਪਾ ਲਿਆ ਤੇ ਪੂਰੇ ਗੁਰੂ ਨੂੰ ਹੀ ਮੈਂ ਆਰਾਧਨਾ ਵਾਂ। ਤੇ ਹੇ ਭਾਈ, ਉਸ ਪੂਰੇ ਹੀ ਪਰਮਾਤਮਾ ਦੇ ਸਾਨੂੰ ਸਾਰੇ ਜੀਵਾਂ ਨੂੰ ਗੁਣ ਗਾਉਣੇ ਚਾਹੀਦੇ ਆ। ਅਰਥ ਇਹ ਬਣਦੇ ਆ। ਤੇ ਇਸ ਕਰਕੇ ਸਤਿਗੁਰੂ ਜਿੱਥੇ ਵੀ ਬਾਣੀ ਦੇ ਵਿੱਚ ਗੱਲ ਕਰਦੇ ਆ ਉੱਥੇ ਹਮੇਸ਼ਾ ਵਾਹਿਗੁਰੂ ਜੀ ਦੇ ਉੱਤੇ ਟੇਕ ਰੱਖਣ ਦੀ ਗੱਲ ਕਰਦੇ ਆ। ਉਸ ਤੋਂ ਬਾਅਦ ਕਹਿੰਦੇ ਅੱਠੀ ਬੇਪਰਵਾਹ ਰਹਿਣ ਇਕੱਤੈ ਰੰਗ। ਜਿਹੜੇ ਜੀਵ ਪੂਰੇ ਪ੍ਰਭੂ ਪਰਮਾਤਮਾ ਨੂੰ ਸਿਮਰਦੇ ਆ, ਸਤਿਗੁਰੂ ਕਹਿੰਦੇ ਉਹ ਬੇਪਰਵਾਹ ਹੋ ਜਾਂਦੇ ਆ। ਬੇਪਰਵਾਹ ਦਾ ਅਰਥ ਹੁੰਦਾ ਵੀ ਇਹ ਗੁਣ ਹੈ, ਔਗਣ ਨਹੀਂ। ਤੇ ਬੇਪਰਵਾਹ ਦਾ ਅਰਥ ਹੁੰਦਾ ਵੀ ਜਿਹੜਾ ਕਿਸੇ ਦਾ ਮੁਹਤਾਜ ਨਹੀਂ ਰਹਿੰਦਾ। ਬੇਪਰਵਾਹ ਦਾ ਅਰਥ ਹੁੰਦਾ ਵੀ ਜਿਹੜਾ ਕਿਸੇ ਦਾ ਮੁਹਤਾਜ ਨਹੀਂ ਰਹਿੰਦਾ। ਤੇ ਇਸੇ ਕਰਕੇ ਉਹ ਜੀਵ ਕਿਸੇ ਦੂਜੇ ਇਨਸਾਨ ਦਾ ਮੁਹਤਾਜ ਨਹੀਂ ਰਹਿੰਦਾ। ਉਹਨੂੰ ਪਤਾ ਵੀ ਸਭ ਕੁਝ ਵਾਹਿਗੁਰੂ ਕਰਨ ਕਰਾਉਣ ਵਾਲਾ ਹੈ ਤੇ ਮੈਂ ਇਸ ਕਰਕੇ ਉਹਦੇ ਨਾਲ ਸਾਂਝ ਪਾਵਾਂ। ਤੇ ਸਦਾ ਹੀ ਉਹ ਇੱਕ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ। ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਆ ਕਿ ਦਰਸ਼ਨ ਰੂਪ ਅਥਾਹ ਬਿਰਲੇ ਪਾਈਆਂ। ਜਿਹੜਾ ਉਹ ਹਰੀ ਦੇ ਅਥਾਹ ਦਰਸ਼ਨ ਨੇ, ਜਿਹੜੇ ਗੁਰਮੁਖ ਜਨ ਜੁੜੇ ਰਹਿੰਦੇ ਆ, ਸਤਿਗੁਰੂ ਕਹਿੰਦੇ ਉਹ ਪਾ ਲੈਂਦੇ ਆ। ਕਰਮ ਪੂਰੈ ਪੂਰਾ ਗੁਰੂ ਪੂਰਾ ਜਾਕਾ ਬੂਲ। ਸਤਿਗੁਰੂ ਕਹਿੰਦੇ ਵੀ ਉਹ ਪ੍ਰਭੂ ਪਰਮਾਤਮਾ, ਇੱਥੇ ਕਰਮ ਦਾ ਅਰਥ ਹੁੰਦਾ ਜੀ ਬਖਸ਼ਿਸ਼ ਕਰਨੀ। ਹਾਲਾਂਕਿ ਕਰਮ ਦਾ ਅਰਥ ਸਾਡੇ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ, ਲੇਕਿਨ ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼। ਕਿ ਉਹ ਪ੍ਰਭੂ ਪਰਮਾਤਮਾ, ਉਹਦੀ ਜਿਹੜੀ ਪੂਰੀ ਬਖਸ਼ਿਸ਼ ਹੈ ਤੇ ਉਹ ਪੂਰਾ ਗੁਰੂ ਹੈ ਤੇ ਉਹਦਾ ਇੱਕ ਇੱਕ ਬੋਲ ਵੀ ਪੂਰਾ ਹੈ। ਸਤਿਗੁਰੂ ਕਹਿੰਦੇ ਅਖੀਰ ਚ ਕਿ ਨਾਨਕ ਪੂਰਾ ਜੇ ਕਰੇ। ਹੇ ਭਾਈ, ਜੇ ਉਹ ਪਰਮਾਤਮਾ ਜੀ ਜਿਸ ਜੀਵ ਨੂੰ ਪੂਰਾ ਬਣਾ ਦੇਣ, ਕੰਪਲੀਟ ਕਰ ਦੇਣ, ਘਟੈ ਨਾ ਹੀ ਤੋਲ, ਉਹ ਨਾ ਹੀ ਘਟਦਾ ਹੈ ਤੇ ਨਾ ਹੀ ਤੋਲਿਆ ਜਾ ਸਕਦਾ ਹੈ। ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਬਾਣੀ ਦੇ ਵਿੱਚ ਇਹ ਗੱਲ ਆਖਦੇ ਆ ਕਿ ਅਤੁੱਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਈ। ਉਹ ਤੇ ਵਾਹਿਗੁਰੂ ਅਤੁੱਲ ਹੈ, ਉਹਨੂੰ ਤਾਂ ਤੋਲਿਆ ਨਹੀਂ ਜਾ ਸਕਦਾ। ਪਰ ਨਾਲੇ ਗੱਲ ਚੇਤੇ ਰੱਖਿਓ ਵੀ ਜਿਹੜਾ ਵਾਹਿਗੁਰੂ ਜੀ ਦੇ ਨਾਲ ਜੁੜਦਾ ਹੈ ਉਹ ਪੂਰਾ ਵੀ ਬਣ ਜਾਂਦਾ ਹੈ। ਉਹਦੇ ਵਿੱਚ ਵਾਹਿਗੁਰੂ ਕੋਈ ਘਾਟ ਹੀ ਨਹੀਂ ਆਉਣ ਦਿੰਦਾ। ਪਰ ਇਹ ਚੇਤੇ ਰੱਖਿਓ, ਸੰਸਾਰੀ ਜੀਵਾਂ ਜੀ, ਸੰਸਾਰੀ ਜੀਵ ਹਮੇਸ਼ਾ ਅਨਕੰਪਲੀਟ ਹੋ ਸਕਦੇ ਆ। ਜਿਹੜੇ ਗੁਰਮੁਖ ਹੁੰਦੇ ਆ ਨਾ, ਉਹ ਵਾਹਿਗੁਰੂ ਦੇ ਰਾਹ ਤੇ ਚੱਲ ਕੇ ਪੂਰੇ ਬਣ ਜਾਂਦੇ ਆ, ਕੰਪਲੀਟ ਹੋ ਜਾਂਦੇ ਆ। ਤੋ ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਇਹ ਵੀ ਗੱਲ ਆਖਦੇ ਆ ਕਿ ਜਿਵੇਂ ਆਪਾਂ ਪੜ੍ਹਦੇ ਨਾ, ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ। ਅਮੁੱਲ ਦਾ ਅਰਥ ਹੁੰਦਾ ਵੀ ਜਿਹਦਾ ਮੁੱਲ ਹੀ ਨਹੀਂ ਕੀਤਾ ਜਾ ਸਕਦਾ, ਜਿਹਨੂੰ ਤੋਲਿਆ ਹੀ ਨਹੀਂ ਜਾ ਸਕਦਾ, ਉਹ ਅਸਲ 'ਚ ਵਾਹਿਗੁਰੂ ਹੈ। ਉਹਦੇ ਬੇਅੰਤ ਗੁਣ ਨੇ। ਤੋ ਇਸ ਕਰਕੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਵਾਹਿਗੁਰੂ ਜੀ ਦੇ ਬਾਰੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤੇ ਉਹ ਬੜੀ ਬੇਸ਼ੁਮਾਰ ਤੇ ਜਿਹਦੀ ਕੀਮਤ ਨਹੀਂ ਪਾਈ ਜਾ ਸਕਦੀ, ਸਤਿਗੁਰੂ ਉਹ ਗੱਲ ਬਾਣੀ ਦੇ ਵਿੱਚ ਕਰਦੇ ਆ। ਖੈਰ, ਆਪਾਂ ਥੋੜੀ ਜਿਹੀ ਨਾਲ ਗੱਲ ਕਰ ਲੈਂਦੇ ਹਾਂ। ਜਦੋਂ ਅਸੀਂ ਮਹਾਤਮਾ ਬੁੱਧ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ ਨਾ, ਮੈਂ ਇਸ ਕਰਕੇ ਅਰਜ਼ ਕਰ ਰਿਹਾ ਕਿਉਂਕਿ ਮੈਨੂੰ ਉਹਨਾਂ ਦੇ ਜੀਵਨ ਦੇ ਵਿੱਚ ਨਾ ਬੜੀਆਂ ਪਿਆਰੀਆਂ ਵਾਰਤਾਵਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ
ਤੇ ਬੜੀਆਂ ਗੱਲਾਂ ਨੇ ਜੀ ਜਦੋਂ ਉਹਨਾਂ ਨੂੰ ਅਸੀਂ ਵਿਚਾਰਦੇ ਹਾਂ ਤੇ ਗੁਰਮਤਿ ਦੇ ਨਾਲ ਉਹਦਾ ਸੁਮੇਲ ਬੜਾ ਜ਼ਿਆਦਾ ਹੈ, ਗਹਿਰੀ ਹੈ। ਮਹਾਤਮਾ ਬੁੱਧ ਜੀ ਜਿਸ ਵਕਤ ਨਾ ਇਸ ਸੰਸਾਰ ਤੋਂ ਚਲੇ ਗਏ, ਉਹਦੇ ਪਿੱਛੋਂ ਕਹਿੰਦੇ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਤੇ ਅੰਤਿਮ ਸੰਸਕਾਰ ਸਮੇਂ ਉਹਨਾਂ ਦੇ ਜਿਹੜੇ ਫੁੱਲ ਸੀ, ਕਹਿੰਦੇ ਉਸ ਫੁੱਲਾਂ ਦੇ ਪਰਥਾਏ ਜਿਹੜਾ ਉਹਨਾਂ ਦਾ ਫੁੱਲ ਦਾ ਮਤਲਬ ਸਹੀ ਤਰੀਕੇ ਦੇ ਨਾਲ ਕਿਸ ਜਗ੍ਹਾ ਦੇ ਉੱਤੇ ਦਫਨ ਕਰਨਾ ਹੈ, ਉਹ ਉਹਨਾਂ ਦਾ ਇੱਕ ਭਿਕਸ਼ੂ ਸੀ, ਉਹਦਾ ਨਾਮ ਉਪਾਲੀ ਸੀ, ਵੀ ਉਹਨੇ ਮਹਾਤਮਾ ਬੁੱਧ ਜੀ ਦੇ ਅੰਤਮ ਕਿਰਿਆ ਕੀਤੀ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਤੇ ਕਹਿੰਦੇ ਮਹਾਤਮਾ ਬੁੱਧ ਜੀ ਜਿਸ ਵਕਤ ਇਸ ਸੰਸਾਰ ਤੋਂ ਗਏ, ਉਹਨਾਂ ਦੇ ਜਿਹੜੇ ਫੁੱਲ ਸੀ ਉਹ 7 ਦੇਸ਼ਾਂ ਦੇ ਰਾਜੇ ਆਏ ਤੇ ਉਹ ਕਹਿੰਦੇ ਸੀ ਵੀ ਮਹਾਤਮਾ ਬੁੱਧ ਦੇ ਜਿਹੜੇ ਫੁੱਲ ਨੇ ਉਹ ਅਸੀਂ ਆਪਣੇ ਆਪਣੇ ਮਹਿਲਾਂ ਦੇ ਵਿੱਚ ਲੈ ਕੇ ਜਾਣੇ ਆ ਤੇ ਉਹ ਮਹਿਲਾਂ ਦੇ ਵਿੱਚ ਲੈ ਕੇ ਉੱਥੇ ਅਸੀਂ ਉਹਨਾਂ ਦੀ ਯਾਦਗਾਰੀ ਬਣਾਉਣੀ ਹੈ। ਤੇ ਉਪਾਲੀ ਨਾ ਆਪਣੇ ਇੱਕ ਗ੍ਰੰਥ ਦੇ ਵਿੱਚ ਬੜੀ ਪਿਆਰੀ ਗੱਲ ਆਖਦਾ, ਕਹਿੰਦਾ ਜਿਹੜਾ ਮੇਰਾ ਮਿੱਤਰ ਹੈ, ਕਿਉਂਕਿ ਉਪਾਲੀ ਜਿਹੜਾ ਸੀ ਨਾ ਮਹਾਤਮਾ ਬੁੱਧ ਜੀ ਦਾ ਮਿੱਤਰ ਸੀ, ਉਹ ਇਹ ਗੱਲ ਆਖਦਾ, ਕਹਿੰਦਾ ਵੀ ਜਿਹੜਾ ਮਹਾਤਮਾ ਬੁੱਧ ਹੈ ਉਹ ਸਾਡੇ ਤੋਂ ਵਿਛੜਿਆ ਨਹੀਂ। ਜਿੰਨੇ ਭਿਕਸ਼ੂ ਸੀ ਸਾਰੇ ਕਹਿੰਦੇ ਸੀ ਵੀ ਜਿਹੜਾ ਮਹਾਤਮਾ ਬੁੱਧ ਹੈ ਉਹ ਤੇ ਸਾਡੇ ਤੋਂ ਵਿਛੋੜਾ ਹੋ ਗਿਆ, ਉਹ ਤਾਂ ਦੂਰ ਚਲਾ ਗਿਆ ਸਾਡੇ ਤੋਂ। ਹੁਣ ਕਈ ਵਾਰ ਤੇ ਇਹ ਹੁੰਦਾ ਨਾ ਸਾਧ ਸੰਗਤ, ਇੱਕ ਵਾਰ ਤੁਸੀਂ ਵੇਖਿਓ ਵੀ ਕਈ ਵਾਰ ਦੁਨੀਆ ਦੇ ਲੋਕ ਐਦਾਂ ਦੀ ਗੱਲ ਕਰਦੇ ਆ ਵੀ ਜਿਹਦੇ ਕਰਕੇ ਮਨ ਨੂੰ ਠੇਸ ਪਹੁੰਚਦੀ ਹੈ। ਕਈ ਵਾਰ ਤੁਸੀਂ ਵੇਖਿਓ ਵੀ ਕਈ ਗੱਲਾਂ ਨਾ ਐਦਾਂ ਦੀਆਂ ਜੋੜ ਦਿੱਤੀਆਂ ਜਾਂਦੀਆਂ ਨੇ, ਜਿਵੇਂ ਕਈ ਵਾਰ ਕਈ ਕਹਿ ਦਿੰਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਜਿਹੜੇ ਸੀ ਉਹ ਕਬੀਰ ਜੀ ਸੀ, ਜਾਂ ਕੋਈ ਕਹਿ ਦਿੰਦਾ ਵੀ ਰਵਿਦਾਸ ਜੀ ਸੀ। ਕਈਆਂ ਨੇ ਐਦਾਂ ਦੀ ਫਿਲਾਸਫੀ ਘੜੀ ਆ ਉਹਨਾਂ ਦੇ ਨਾਮ ਤੇ। ਤੇ ਕਈ ਵਾਰ ਕਈ ਸੱਜਣ ਇਸ ਗੱਲ ਤੋਂ ਦੁਖੀ ਨੇ ਵੀ ਹਾਲਾਂਕਿ ਗੁਰੂ ਸਾਹਿਬ ਖੁਦ ਇਹ ਗੱਲ ਕਹਿੰਦੇ ਆ ਵੀ ਗੁਰੂ ਤੇ ਸ਼ਬਦ ਹੀ ਰਿਹਾ। ਹੁਣ ਬਾਬਾ ਰਵਿਦਾਸ ਜੀ ਜਾਂ ਆਪਾਂ ਬਾਬਾ ਕਬੀਰ ਜੀ ਦੀ ਵੀ ਗੱਲ ਕਰਦੇ ਆ, ਉਹ ਵੀ ਜੇ ਸੰਸਾਰ ਦੇ ਵਿੱਚ ਵਾਪਰੇ ਆ, ਵਰਤੇ ਆ, ਤੇ ਸ਼ਬਦ ਦੇ ਕਰਕੇ ਵਰਤੇ ਆ। ਤੋ ਸਾਰੀ ਖੇਡ ਸ਼ਬਦ ਤੇ ਆ। ਖੈਰ ਮੈਂ ਮਹਾਤਮਾ ਬੁੱਧ ਜੀ ਦੇ ਜੀਵਨ ਦੇ ਵੱਲ ਆਵਾਂ। ਉਹ ਕਹਿੰਦਾ ਵੀ ਜਿਹੜਾ ਸਾਡਾ ਮਿੱਤਰ ਹੈ ਮਹਾਤਮਾ ਬੁੱਧ, ਗੌਤਮ ਬੁੱਧ, ਉਹ ਸਾਡੇ ਤੋਂ ਵਿਛੜਿਆ ਨਹੀਂ। ਕਹਿੰਦਾ ਅਸਲ ਦੇ ਵਿੱਚ ਉਹ ਹਜ਼ਾਰਾਂ ਦੀਆਂ ਅੱਖਾਂ ਦੇ ਵਿੱਚ ਇੱਕ ਸੁਰਮੇ ਦੇ ਵਾਲਾ ਕੰਮ ਕਰਦਾ ਹੈ, ਉਹ ਹਜ਼ਾਰਾਂ ਅੱਖਾਂ ਬਣ ਗਿਆ। ਕਹਿੰਦਾ ਜੇ ਅਜੇ ਵੀ ਕਿਸੇ ਜੀਵ ਨੂੰ ਮਹਾਤਮਾ ਬੁੱਧ ਨਜ਼ਰ ਨਹੀਂ ਆ ਰਿਹਾ ਤੇ ਕਹਿੰਦਾ ਇਹਦਾ ਅਰਥ ਹੈ ਉਸ ਇਨਸਾਨ ਦੇ ਉੱਤੇ ਸਾਨੂੰ ਤਰਸ ਕਰਨਾ ਚਾਹੀਦਾ ਹੈ ਵੀ ਉਹਨੂੰ ਨਜ਼ਰ ਨਹੀਂ ਆ ਰਿਹਾ। ਇਸੇ ਤਰ੍ਹਾਂ ਵਾਹਿਗੁਰੂ ਜੀ ਹੈ। ਕਈ ਵਾਰ ਸਾਡੇ ਮਨ 'ਚ ਸਵਾਲ ਆਉਂਦੇ ਨਾ ਵੀ ਰੱਬ ਹੈ ਜਾਂ ਨਹੀਂ ਹੈ, ਜੇ ਹੈ ਤੇ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ। ਇਹਦੇ ਵਿੱਚ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਵੀ ਰੱਬ ਤੇ ਹਰ ਇੱਕ ਦੇ ਵਿੱਚ ਹੈ। ਜੇ ਮੈਨੂੰ ਨਜ਼ਰ ਨਹੀਂ ਆ ਰਿਹਾ, ਇਹਦੇ ਵਿੱਚ ਦੋਸ਼ ਰੱਬ ਦਾ ਨਹੀਂ ਆ, ਇਹਦੇ ਵਿੱਚ ਦੋਸ਼ ਮੇਰਾ ਹੈ, ਕਿਉਂਕਿ ਮੈਨੂੰ ਨਜ਼ਰ ਨਹੀਂ ਆ ਰਿਹਾ। ਤੇ ਉਹ ਮਹਾਤਮਾ ਬੁੱਧ ਜੀ ਦੇ ਬਾਰੇ ਕਹਿੰਦਾ ਹੈ ਕਿ ਉਹ ਮਹਾਤਮਾ ਬੁੱਧ ਜੀ ਸਾਡੇ ਤੋਂ ਵਿਛੜੇ ਨਹੀਂ ਆ, ਉਹ ਹਜ਼ਾਰਾਂ ਅੱਖਾਂ ਦੇ ਵਿੱਚ ਪੈ ਗਏ ਆ ਤੇ ਹਜ਼ਾਰਾਂ ਅੱਖਾਂ ਉਹਨੂੰ ਵੇਖ ਰਹੀਆਂ ਨੇ ਜਿਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ। ਕਹਿੰਦੇ ਉਹਨਾਂ ਨੂੰ ਕਿਰਪਾ ਕਰਨੀ ਚਾਹੀਦੀ ਹੈ ਵੀ ਉਹਨੂੰ ਦਿਖਣ ਦੀ। ਕਿੱਦਾਂ ਦਿਖਣਾ? ਪਹਿਲੀ ਗੱਲ। ਦੂਜੀ ਗੱਲ, ਉਹ ਬੜੀ ਪਿਆਰੀ ਗੱਲ ਆਖਦਾ, ਕਹਿੰਦਾ ਵੀ 7 ਦੇਸ਼ਾਂ ਦੇ ਰਾਜੇ ਆਏ ਮਹਾਤਮਾ ਬੁੱਧ ਜੀ ਦੇ ਜਿਹੜੇ ਅਸਥੀਆਂ ਸੀ, ਫੁੱਲ ਸੀ, ਉਹਨਾਂ ਨੂੰ ਲੈਣ ਦੇ ਲਈ, ਵੀ ਆਪਣੇ ਮਹਿਲਾਂ ਦੇ ਵਿੱਚ ਆ ਕੇ ਉਹਨਾਂ ਦੀ ਇੱਟ ਗਾਰੇ ਦੇ ਨਾਲ ਇੱਕ ਸਮਾਧ ਬਣਾਉਣ, ਵੀ ਉਹ ਸਮਾਧ ਕਰਕੇ ਵੀ ਉਹ ਯਾਦ ਕਰਨ ਉਹਨਾਂ ਨੂੰ, ਹੈ ਨਾ। ਕਈ ਵਾਰ ਕੋਈ ਜੀਵ ਸਾਡੇ ਕੋਲੋਂ ਜਾਂਦਾ ਤੇ ਆਪਾਂ ਉਹਦੀ ਕਈ ਵਾਰ ਯਾਦਗਾਰ ਬਣਾਉਂਦੇ ਆ। ਤੇ ਉਹ ਕਹਿੰਦੇ ਵੀ 7 ਦੇਸ਼ਾਂ ਦੇ ਰਾਜੇ ਆਏ, ਉਹਨਾਂ ਨੇ ਇਸ ਤਰੀਕੇ ਦੇ ਨਾਲ ਇੱਟ ਬਾਲੇ ਦੇ ਕਰਕੇ ਵੀ ਉਹਦੀ ਯਾਦਗਾਰ ਬਣਾਉਣੀ ਸ਼ੁਰੂ ਕੀਤੀ। ਕਹਿੰਦਾ ਪਰ ਮੈਂ ਗੱਲ ਕਹਿਣਾ ਚਾਹੁੰਦਾ ਵੀ ਦੇਖੋ ਜਿਹੜਾ ਮੇਰਾ ਮਿੱਤਰ ਹੈ ਉਹਦਾ ਪ੍ਰੇਮ ਨਹੀਂ ਆ ਵੀ ਕਿਸੇ ਇੱਟਾਂ ਦੇ ਵਿੱਚ ਕੈਦ ਹੋਵੇ, ਕਿਸੇ ਸੀਮਟ ਦੇ ਵਿੱਚ ਉਹ ਕੈਦ ਹੋਵੇ। ਤੇ ਕਹਿੰਦਾ ਮੇਰਾ ਮਿੱਤਰ, ਕਿਉਂਕਿ ਜੇ ਉਹ ਇੱਟਾਂ ਔਰ ਸੀਮਟ ਦੇ ਵਿੱਚ ਕੈਦ ਹੋਣਾ ਚਾਹੁੰਦਾ ਤੇ ਕਹਿੰਦਾ ਉਹ ਆਪਣੇ ਜੀਵਨ ਦੇ ਵਿੱਚ ਜਿਸ ਵਕਤ ਛੋਟਾ ਸੀ ਉਹ ਘਰ-ਬਾਰ ਕਿਉਂ ਤਿਆਗਦਾ, ਉਹ ਮਹਿਲਾਂ ਨੂੰ ਆਪਣਿਆਂ ਨੂੰ ਕਿਉਂ ਤਿਆਗਦਾ। ਕਿਉਂਕਿ ਮਹਾਤਮਾ ਬੁੱਧ ਜਦੋਂ ਛੋਟੇ ਹੁੰਦੇ ਸੀ, ਜਦੋਂ ਉਹਨੇ ਯੋਗ ਦੀ ਪ੍ਰਾਪਤੀ ਕਰਨੀ ਸੀ, ਉਹਨੇ ਆਪਣੇ ਘਰ ਪਰਿਵਾਰ ਨੂੰ ਛੱਡਿਆ। ਹਾਲਾਂਕਿ ਚਲੋ ਇਹ ਗੁਰਮਤਿ ਦਾ ਵਿਸ਼ਾ ਨਹੀਂ ਆ ਵੀ ਘਰ-ਬਾਰ ਨੂੰ ਤਿਆਗਣਾ, ਹਾਲਾਂਕਿ ਇਸ ਕਰਕੇ ਅਰਜ਼ ਕਰ ਰਹੇ ਹਾਂ ਵੀ ਉਹਨੇ ਮਹਿਲ ਵੀ ਛੱਡ ਦਿੱਤੇ ਸੀ ਧਿਆਨ ਦੇ ਲਈ। ਉਹ ਕਹਿੰਦੇ ਜੇ ਉਹਨੇ ਸੀਮੈਂਟ ਇੱਟ ਗਾਰੇ ਦੇ ਵਿੱਚ ਹੀ ਕੈਦ ਹੋਣਾ ਸੀ ਤੇ ਕਹਿੰਦੇ ਫਿਰ ਉਹ ਆਪਣਾ ਮਹਿਲ ਕਿਉਂ ਛੱਡਦਾ। ਤੇ ਤੀਸਰੀ ਗੱਲ ਉਹ ਬੜੀ ਪਿਆਰੀ ਆਖਦਾ, ਕਹਿੰਦਾ ਕਿ ਜਿਹੜਾ ਸਾਡਾ ਮਿੱਤਰ ਹੈ, ਇਹ ਹਾਲਾਂਕਿ ਸਾਨੂੰ ਸਾਰਿਆਂ ਨੂੰ ਮੈਸੇਜ ਲੈ ਕੇ ਜਾਣਾ ਚਾਹੀਦਾ ਜੀ। ਉਹ ਕਹਿੰਦਾ ਕਿ ਸਾਡਾ ਜਿਹੜਾ ਮਿੱਤਰ ਹੈ ਉਹ ਸਾਡੇ ਲਈ ਇੱਕ ਔਖੀ ਘੜੀ ਜਿਹੜੀ ਹੈ ਉਹ ਸਾਡੇ ਸਾਹਮਣੇ ਬਣਾ ਗਿਆ, ਮੁਸ਼ਕਲ ਦੀ ਘੜੀ।
ਉਹ ਕਹਿੰਦਾ ਉਹ ਇਸ ਤਰੀਕੇ ਦੇ ਨਾਲ ਵੀ ਜਿਹੜਾ ਸਾਡਾ ਮਿੱਤਰ ਹੈ ਉਹ ਹੁਣ ਸਾਡੇ ਦਿਲ ਦੇ ਵਿੱਚ ਵਸਣਾ ਸ਼ੁਰੂ ਹੋ ਗਿਆ, ਦਿਲ 'ਚ ਵਸ ਗਿਆ। ਕਹਿੰਦਾ ਇੱਕ ਸਮਾਂ ਉਹ ਸੀ ਜਦੋਂ ਅਸੀਂ ਆਪਣੇ ਦਿਲ ਦੇ ਵਿੱਚ ਖੁਦ ਰਹਿੰਦੇ ਸੀ, ਮੈਂ ਚੰਗਾ ਸਾਂ ਜਾਂ ਮੈਂ ਮਾੜਾ ਸਾਂ ਮੈਨੂੰ ਪਰਵਾਹ ਨਹੀਂ ਸੀ, ਪਰ ਜਦੋਂ ਤੋਂ ਹੁਣ ਮੇਰਾ ਮਿੱਤਰ ਮੇਰੇ ਦਿਲ ਦੇ ਵਿੱਚ ਆ ਕੇ ਵਸਿਆ ਤੇ ਕਹਿੰਦਾ ਹੁਣ ਮੇਰੇ ਲਈ ਮੁਸ਼ਕਲ ਦੀ ਘੜੀ ਇਹ ਬਣੀ ਕਿ ਮੇਰੇ ਦਿਲ ਦੇ ਵਿੱਚ ਹੁਣ ਕੋਈ ਵੀ ਗੰਦਗੀ ਨਹੀਂ ਰਹਿਣੀ ਚਾਹੀਦੀ, ਕਿਉਂਕਿ ਜੇ ਗੰਦਗੀ ਰਹੀ ਤੇ ਜਿਹੜਾ ਮੇਰਾ ਮਿੱਤਰ ਹੈ ਉਹਨੂੰ ਗੰਦਗੀ ਪਸੰਦ ਨਹੀਂ। ਤੋ ਇਸ ਕਰਕੇ ਹੁਣ ਮੈਨੂੰ ਰੋਜ਼ਾਨਾ ਆਪਣੇ ਅੰਦਰ ਦੀ, ਆਪਣੇ ਮਨ ਦੀ, ਆਪਣੇ ਦਿਲ ਦੀ ਸਫਾਈ ਕਰਨੀ ਪਵੇਗੀ। ਉਹ ਇਹ ਗੱਲ ਉਦੋਂ ਆਖਦਾ। ਹੁਣ ਇਹੀ ਗੱਲ ਅਸੀਂ ਵੀ ਚੇਤੇ ਕਰੀਏ ਵੀ ਜਦ ਤੱਕ ਸਾਡੇ ਅੰਦਰ ਹਉਮੈ ਦਾ ਵਾਸ ਹੈ, ਹਉਮੈ ਦਾ ਅਰਥ ਹੈ ਆਪਣੇ ਆਪ ਦਾ ਵਾਸ ਹੈ, ਉਦੋਂ ਤੱਕ ਮੇਰੇ ਅੰਦਰ ਮਲੀਨਤਾ ਆਏਗੀ, ਮੈਨੂੰ ਪਰਵਾਹ ਨਹੀਂ ਹੋਏਗੀ ਵੀ ਮੈਂ ਚੰਗਾ ਕਰ ਰਿਹਾ ਜਾਂ ਮਾੜਾ ਕਰ ਰਿਹਾ। ਪਰ ਜਿਸ ਦਿਨ ਦਿਲ ਦੇ ਵਿੱਚ ਵਾਹਿਗੁਰੂ ਜੀ ਦਾ ਵਾਸ ਆਏਗਾ ਨਾ, ਉਸ ਦਿਨ ਮੈਂ ਇਹ ਗੱਲ ਸੋਚਾਂਗਾ ਕਿ ਮੇਰੇ ਅੰਦਰ ਵਾਹਿਗੁਰੂ ਜੀ ਵਸਦੇ ਆ ਤੇ ਮੈਂ ਆਪਣੇ ਜੀਵਨ ਦੇ ਵਿੱਚ ਕੋਈ ਮਲੀਨ ਸੋਚ, ਗੰਦਾ ਕਰਮ ਨਹੀਂ ਕਰਨਾ। ਫਿਰ ਮੈਂ ਸੋਚਾਂਗਾ। ਤੋ ਇਹ ਤਿੰਨ ਚੀਜ਼ਾਂ ਜਿਹੜੀਆਂ ਸੀ ਮੈਨੂੰ ਉਹਨਾਂ ਦੇ ਜੀਵਨ ਦੇ ਵਿੱਚ ਬੜੀਆਂ ਵਧੀਆ ਲੱਗੀਆਂ ਵੀ ਉਹ ਤਿੰਨਾਂ ਦੇ ਵਿੱਚ ਬਹੁਤ ਵੱਡਾ ਇੱਕ ਮੈਸੇਜ ਸਾਡੇ ਸਾਹਮਣੇ ਦੇ ਰਿਹਾ ਵੀ ਇੱਕ ਤੇ ਵਾਹਿਗੁਰੂ ਨੂੰ ਵੇਖਣ ਦਾ ਨਜ਼ਰੀਆ, ਦੂਜੀ ਗੱਲ ਇਹ ਕਹਿੰਦੇ ਆ ਵੀ ਉਹ ਪਰਮਾਤਮਾ ਦਾ ਵਾਸ ਇੱਟਾਂ ਗਾਰਿਆਂ ਦੇ ਵਿੱਚ ਨਹੀਂ ਆ, ਉਹਦਾ ਵਾਸ ਤੇ ਦਿਲਾਂ ਦੇ ਵਿੱਚ ਹੈ। ਤੀਸਰੀ ਗੱਲ ਉਹ ਸਾਨੂੰ ਇਹ ਸੰਦੇਸ਼ ਦੇ ਕੇ ਗਏ ਆ ਵੀ ਦਿਲ ਦੇ ਵਿੱਚ ਉਹਦਾ ਵਾਸ ਹੋਣਾ ਚਾਹੀਦਾ ਹੈ। ਜਦੋਂ ਉਹ ਵਸ ਜਾਂਦਾ ਹੈ ਤੇ ਸਾਡੇ ਦਿਲ ਦੇ ਵਿੱਚ ਕਦੇ ਕੋਈ ਮਲੀਨਤਾ ਨਹੀਂ ਰਹਿਣੀ ਚਾਹੀਦੀ। ਹਾਲਾਂਕਿ ਇੱਕ ਜਗ੍ਹਾ ਦੇ ਉੱਤੇ ਵਾਰਿਸ ਸ਼ਾਹ ਨੇ ਬੜੀ ਸੋਹਣੀ ਗੱਲ ਆਖੀ। ਉਹ ਆਪਣੇ ਬੋਲਾਂ ਦੇ ਵਿੱਚ ਇਹ ਗੱਲ ਆਖਦਾ ਹੈ, ਕਹਿੰਦਾ ਮੁਆਫ ਕਰਨਾ ਅਸਾਂ ਨੂੰ, ਅਸੀਂ ਗੁਨਾਹਗਾਰ ਹਾਂ। ਉਹਨੇ ਕਿਹਾ ਕਿ ਸਾਨੂੰ ਮਾਫ ਕਰੋ, ਮੈਂ ਆਪਣੇ ਜੀਵਨ ਦੇ ਵਿੱਚ ਗੁਨਾਹਗਾਰ ਹਾਂ। ਮਾਫ ਕਰਨਾ ਅਸਾਂ ਨੂੰ, ਅਸੀਂ ਗੁਨਾਹਗਾਰ ਹਾਂ। ਕੌਣ ਜੰਮਿਆ ਹੈ ਜੋ ਗੁਨਾਹਗਾਰ ਨਹੀਂ? ਉਹ ਕਹਿੰਦੇ ਸੰਸਾਰ ਦੇ ਵਿੱਚ ਕਿਹੜਾ ਜੰਮਿਆ ਜਿਹਨੇ ਆਪਣੇ ਜੀਵਨ ਦੇ ਵਿੱਚ ਗੁਨਾਹ ਨਾ ਕੀਤੇ ਹੋਣ, ਪਾਪ ਨਾ ਕੀਤੇ ਹੋਣ। ਹੁਣ ਜਿੰਨੇ ਵੀ ਅਸੀਂ ਸਾਰੇ ਜੀਵ ਹਾਂ, ਸਾਡੇ ਵਿੱਚ ਕੋਈ ਬੜੇ ਐਬ ਨੇ ਜੀ, ਕੋਈ ਬੰਦਾ ਕੰਪਲੀਟ ਨਹੀਂ ਆ ਤੇ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਘਾਟ ਜ਼ਰੂਰ ਹੈ। ਤੇ ਵਾਰਿਸ ਸ਼ਾਹ ਕਹਿੰਦਾ ਕਿ ਜੇਕਰ ਕਿਸੇ ਇਨਸਾਨ ਦੇ ਵਿੱਚ ਕੋਈ ਗੁਨਾਹ ਨਾ ਹੁੰਦਾ, ਜੇ ਉਹਨੇ ਆਪਣੇ ਜੀਵਨ ਦੇ ਵਿੱਚ ਕੋਈ ਅਪਰਾਧ ਨਾ ਕੀਤਾ ਹੁੰਦਾ, ਤੇ ਫਿਰ ਕਹਿੰਦਾ ਉਹ ਤਾਂ ਮੁਕਤ ਹੋ ਜਾਣਾ ਸੀ। ਫਿਰ ਤੇ ਅਸੀਂ ਮੁਕਤ ਹੋ ਜਾਣਾ ਸੀ ਨਾ ਜੇ ਸਾਡੇ ਵਿੱਚ ਕੋਈ ਐਬ ਨਾ ਹੁੰਦਾ। ਤੇ ਜਿੱਥੇ ਸਤਿਗੁਰੂ ਜੀ ਦੀ ਬਾਣੀ ਵੀ ਕਹਿੰਦੀ ਹੈ ਵੀ ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹਾਂ ਪਾਪੀ ਵੱਡ ਗੁਨਾਹਗਾਰ। ਮੈਂ ਗੁਨਾਹਗਾਰ ਹਾਂ। ਅਸੀਂ ਆਪਣੇ ਜੀਵਨ ਦੇ ਵਿੱਚ ਖਤੇ ਬੜੇ ਕਮਾ ਰਹੇ ਹਾਂ, ਪਾਪ ਕਮਾ ਰਹੇ ਹਾਂ। ਤੇ ਉਹ ਇਹ ਗੱਲ ਆਖਦਾ ਹੈ, ਕਹਿੰਦਾ ਅਸੀਂ ਜਿੰਨੇ ਵੀ ਹਾਂ ਸਾਡੇ ਅੰਦਰ ਕੋਈ ਨਾ ਕੋਈ ਘਾਟ ਹੈ ਜਿਹਦੇ ਕਰਕੇ ਇਸ ਸੰਸਾਰ ਦੇ ਵਿੱਚ ਅਸੀਂ ਫਿਰ ਰਹੇ ਹਾਂ। ਜੇ ਸਾਡੇ ਅੰਦਰ ਕੋਈ ਘਾਟ ਨਾ ਹੁੰਦੀ ਤੇ ਅੱਜ ਅਸੀਂ ਮੁਕਤ ਹੁੰਦੇ। ਇਹ ਵਾਰਿਸ ਸ਼ਾਹ ਆਖਦਾ ਹੈ। ਤੇ ਉਸ ਤੋਂ ਬਾਅਦ ਜਿਹੜੀ ਅਸੀਂ ਅਗਲੀ ਗੱਲ ਕਰਦੇ ਹਾਂ ਜੀ, ਹਾਲਾਂਕਿ ਥੋੜਾ ਜਿਹਾ ਆਪਾਂ ਇਤਿਹਾਸ ਦੇ ਵਿੱਚੋਂ ਪੜਚੋਲ ਲਈਏ, ਸਭ ਤੋਂ ਜ਼ਿਆਦਾ ਪ੍ਰਚਾਰ ਫੇਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀ 10 ਗੁਰੂਆਂ ਤੋਂ। ਉਸ ਤੋਂ ਬਾਅਦ ਜੇ ਸੈਕੰਡ ਨੰਬਰ ਦੀ ਗੱਲ ਕਰਦੇ ਆ ਤੇ ਫਿਰ ਸਾਡੇ ਸਾਹਮਣੇ ਦੂਸਰੇ ਗੁਰੂ ਜਿਹੜੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਪ੍ਰਚਾਰ ਕੀਤਾ ਤੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜ਼ਿਕਰ ਹੁੰਦਾ ਹੈ। ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਢਾਕੇ ਤੱਕ ਚਲੇ ਗਏ, ਬੰਗਾਲ ਤੱਕ, ਉੱਥੇ ਤੱਕ ਉਹਨਾਂ ਨੇ ਪ੍ਰਚਾਰ ਦੌਰੇ ਕੀਤੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਪੂਰਾ ਇੰਡੀਆ, ਪੂਰਾ ਭਾਰਤ ਜਿਹੜਾ ਹੈ ਉਹ ਉੱਥੇ ਗਏ। ਹਰ ਇੱਕ ਜਗ੍ਹਾ ਦੇ ਉੱਤੇ ਤਕਰੀਬਨ 25,000 ਤੋਂ ਪਲੱਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਚਾਰ ਦੌਰੇ ਕੀਤੇ। ਕੱਲਾ ਇੰਡੀਆ ਨਹੀਂ, ਸਾਊਦੀ ਅਰਬ ਤੱਕ, ਜਿੱਥੇ ਕਿ ਮਤਲਬ ਆਪਾਂ ਨੂੰ ਪਤਾ ਹੈ ਨਾ ਵੀ ਮੁਸਲਮਾਨਾਂ ਦਾ ਮੱਕਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਤੱਕ ਵੀ ਗਏ ਆ। ਤੇ ਪੂਰਾ ਏਸ਼ੀਆ ਦੇ ਵਿੱਚ, ਕਿਉਂਕਿ ਬੜੇ ਵਿਦਵਾਨਾਂ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਇਕੱਲੇ ਭਾਰਤ ਵਿੱਚ ਨਹੀਂ, ਏਸ਼ੀਆ ਤੱਕ ਵੀ ਗਏ ਆ। ਤੇ ਏਸ਼ੀਆ ਦੀ ਗੱਲ ਛੱਡੋ, ਅੱਜ ਬਣਨ ਵਾਲਾ ਪਾਕਿਸਤਾਨ, ਜਿਸ ਜਗ੍ਹਾ ਦੇ ਉੱਤੇ ਉਹਨਾਂ ਦਾ ਜਨਮ ਹੈ, ਉਹ ਤੇ ਉੱਥੇ ਰਹੇ ਆ, ਉਹਨਾਂ ਨੇ ਉੱਥੇ ਵੀ ਪ੍ਰਚਾਰ ਕੀਤਾ। ਤੋ ਇਸ ਕਰਕੇ ਵੀ ਉਹਨਾਂ ਦੀ ਪ੍ਰਚਾਰ ਫੇਰੀ ਬਹੁਤ ਵੱਡੀ ਸੀ। ਮੈਂ ਇਸ ਕਰਕੇ ਅਰਜ਼ ਕਰ ਰਿਹਾ ਵੀ ਮੈਂ ਇਹਦੇ ਵਿੱਚੋਂ ਇੱਕ ਨੁਕਤਾ ਆਪ ਸੰਗਤ ਦੇ ਸਾਹਮਣੇ ਸਾਂਝਾ ਕਰਨਾ ਹੈ। ਦੇਖੋ, ਇਹ ਤੇ ਸਾਨੂੰ ਪਤਾ ਲੱਗ ਗਿਆ ਵੀ ਸਭ ਤੋਂ ਜ਼ਿਆਦਾ ਪ੍ਰਚਾਰ ਫੇਰੀ ਗੁਰੂ ਨਾਨਕ ਸਾਹਿਬ ਨੇ ਕੀਤੀ। ਔਰ ਨਾਲ ਗੱਲ ਚੇਤੇ ਰੱਖਿਓ, ਮੈਂ ਕੱਲ ਪਰਸੋਂ ਬੇਨਤੀ ਕਰ ਰਿਹਾ ਸਾਂ, ਬਾਬਾ ਜੀ ਜਿੱਥੇ ਵੀ ਗਏ ਇੱਕ ਵਾਰ ਗਏ ਤੇ ਅਖੀਰਲੀ ਵਾਰ ਗਏ, ਬਾਰ-ਬਾਰ ਨਹੀਂ ਗਏ, ਉੱਥੇ ਇੱਕ ਵਾਰ ਹੀ ਮਿਲੇ ਆ। ਤੋ ਇਸ ਕਰਕੇ ਉਹਨਾਂ ਦੀ ਅਖੀਰਲੀ ਮੁਲਾਕਾਤ ਹੋਈ। ਹੁਣ ਉਸ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੱਲ ਕਰਦੇ ਆ ਤੇ ਉਹ ਹਰਿਦੁਆਰ ਵਾਲੀ ਸਾਈਡ ਤੋਂ ਜਿੱਦਾਂ ਬੰਗਾਲ ਤੱਕ ਮਹਾਰਾਜ ਪ੍ਰਚਾਰ ਕਰਨ ਗਏ।
ਹੁਣ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਦਾ ਜਿੰਨਾ ਵੀ ਜੀਵਨ ਹੈ ਉਹਦੇ ਵਿੱਚ 200 ਸਾਲ ਦਾ ਜਿਹੜਾ ਗੈਪ ਵਿੱਚ ਪੈਂਦਾ ਹੈ, 200 ਸਾਲ ਦਾ। ਮਹਾਰਾਜ 1500 ਹਨਾ 30 ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਆ, 39 ਦੇ ਵਿੱਚ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੱਲ ਕਰਦੇ ਆ ਹਨਾ ਜੀ, ਉਹ 1600 ਈਸਵੀ ਦੇ ਵਿੱਚ 1621 ਦੇ ਵਿੱਚ ਉਹਨਾਂ ਦਾ ਵਰਤ ਹੁੰਦਾ ਹੈ ਨਾ, ਪ੍ਰਕਾਸ਼ ਹੁੰਦਾ ਹੈ। ਤੇ ਉਦੋਂ ਬਾਅਦ ਲਗਾ ਲਓ ਵੀ 18 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਅੱਗੇ ਪ੍ਰਚਾਰ ਦੌਰਿਆਂ ਤੇ ਜਾਣਾ ਸ਼ੁਰੂ ਕਰਦੇ ਆ। ਤਕਰੀਬਨ 200 ਸਾਲ ਬਾਅਦ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਸਥਾਨਾਂ ਦੇ ਉੱਤੇ ਗਏ ਜਿਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ 200 ਸਾਲ ਪਹਿਲਾਂ ਪੈਰ ਰੱਖੇ, ਉੱਥੋਂ 200 ਸਾਲ ਤੋਂ ਬਾਅਦ 20 ਪੀੜ੍ਹੀਆਂ ਜਿਹੜੀਆਂ ਸੀ ਉਦੋਂ ਬਦਲ ਗਈਆਂ। ਮਤਲਬ ਕਿ 20 ਪੀੜ੍ਹੀਆਂ ਪਹਿਲਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਹੁਣ ਉਹਨਾਂ ਦੀ 20ਵੀਂ ਪੀੜ੍ਹੀ ਚੱਲ ਰਹੀ ਹੈ। ਜਦੋਂ 20ਵੀਂ ਪੀੜ੍ਹੀ ਚੱਲੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਉੱਥੇ ਜਦੋਂ ਜਾਂਦੇ ਆ ਤੇ ਉੱਥੋਂ ਦੇ ਜਿੰਨੇ ਵੀ ਲੋਕ ਨੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਨੂੰ ਚੁੰਮਦੇ ਆ ਤੇ ਇਹ ਗੱਲ ਕਰਦੇ ਆ ਕਿ ਬਾਬਾ ਜੀ ਬੜਾ ਸਮਾਂ ਹੋ ਗਿਆ, ਇੰਨੇ ਸਮੇਂ ਬਾਅਦ ਤੁਸੀਂ ਆ ਕੇ ਦਰਸ਼ਨ ਦਿੱਤੇ। ਹੁਣ ਇੱਥੇ ਇੱਕ ਨੁਕਤਾ ਪਤਾ ਕਿਹੜਾ ਵਿਚਾਰਨ ਵਾਲਾ ਹੈ ਵੀ ਦੇਖੋ, ਸਾਡੇ ਕੋਈ ਦਾਦਾ ਹੋਵੇ ਪੜਦਾਦਾ ਹੋਵੇ, ਇੱਕ ਪੀੜ੍ਹੀ ਯਾਦ ਰੱਖੇਗੀ, 2 ਪੀੜ੍ਹੀਆਂ ਯਾਦ ਰੱਖਣਗੀਆਂ, 3 ਰੱਖਣਗੀਆਂ, ਉਦੋਂ ਬਾਅਦ ਸਾਰੇ ਭੁੱਲ ਜਾਂਦੇ ਆ। ਹੁਣ 200 ਸਾਲ ਦਾ ਵਿੱਚ ਗੈਪ ਹੈ ਤੇ 20 ਪੀੜ੍ਹੀਆਂ ਤਕਰੀਬਨ ਬਦਲ ਚੁੱਕੀਆਂ ਨੇ ਤੇ 20ਵੀਂ ਪੀੜ੍ਹੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਆਰ ਦੀ ਇੰਨੀ ਛਾਪ ਹੈ ਕਿ 9ਵੇਂ ਪਾਤਸ਼ਾਹ ਜਦੋਂ ਉੱਥੇ ਜਾਂਦੇ ਆ ਤੇ 200 ਸਾਲਾਂ ਤੋਂ ਬਾਅਦ ਉਹਨਾਂ ਦੀ 20ਵੀਂ ਪੀੜ੍ਹੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪੁੱਛਦੀ ਹੈ, ਮਹਾਰਾਜ ਕੀ ਹੋਇਆ, ਇੰਨੇ ਸਮੇਂ ਬਾਅਦ ਤੁਸੀਂ ਦਰਸ਼ਨ ਦਿੱਤੇ। ਤੇ ਇਕੱਲੇ ਗੁਰੂ ਤੇਗ ਬਹਾਦਰ ਦੀ ਮਹਾਰਾਜ ਦੀ ਗੱਲ ਨਹੀਂ ਕਰਾਂਗੇ, ਜਦੋਂ ਅਸੀਂ ਗੁਰੂ ਕਲਗੀਧਰ ਮਹਾਰਾਜ ਜੀ ਦੀ ਗੱਲ ਕਰਦੇ ਹਾਂ ਤੇ ਮਹਾਰਾਜ ਦਾ ਸਫ਼ਰ ਨਾਂਦੇੜ ਤੱਕ ਦਾ ਹੈ। ਨਾਂਦੇੜ ਦੇ ਵਿੱਚ ਮਹਾਰਾਜ ਜੋਤੀ ਜੋਤ ਸਮਾਉਂਦੇ ਆ ਨਾ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਹੁਣ ਜਦੋਂ ਗੁਰੂ ਤੇਗ ਬਹਾਦਰ ਗੁਰੂ ਕਲਗੀਧਰ ਮਹਾਰਾਜ 1699 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਕਰਦੇ ਆ ਤੇ ਉਹ ਅਸਥਾਨਾਂ ਜਿੱਥੇ ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਆ, ਜਿੱਥੇ ਇੱਕ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਗਏ ਆ, ਉਹਨਾਂ ਅਸਥਾਨਾਂ ਤੋਂ ਹੀ 5 ਪਿਆਰੇ ਜਿਹੜੇ ਆ ਉਹ ਆਨੰਦਪੁਰ ਸਾਹਿਬ ਦੀ ਜਿਸ ਜਗ੍ਹਾ ਤੇ ਕੇਸਗੜ੍ਹ ਸਾਹਿਬ ਹੈ, ਜਦੋਂ ਉੱਥੇ ਖਾਲਸਾ ਪੰਥ ਦੀ ਸਿਰਜਣਾ ਹੁੰਦੀ ਹੈ ਤੇ 5 ਜਿਹੜੇ ਆ ਉਸ ਜਗ੍ਹਾ ਤੋਂ ਉੱਠ ਕੇ ਅੰਮ੍ਰਿਤਪਾਨ ਕਰਦੇ ਆ। ਤੇ ਇਹਨਾਂ 5 ਨੇ ਹੀ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਸੀਸ ਭੇਟ ਕੀਤਾ ਕਿ ਸਾਡਾ ਸੀਸ ਲੈ ਲਿਓ, ਜੇ ਸਾਡੇ ਸੀਸ ਕਰਕੇ ਕਿਸੇ ਮਨੁੱਖੀ ਜੀਵ ਦਾ ਕਲਿਆਣ ਹੁੰਦਾ ਹੈ ਤੇ ਅਸੀਂ ਆਪਣਾ ਸਿਰ ਦੇਣ ਦੇ ਲਈ ਤਿਆਰ ਹਾਂ। ਇਹਦਾ ਅਰਥ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੱਥੇ ਪੁਕਾਰ ਕੀਤੀ ਉਹ ਜਗ੍ਹਾ ਵੇਸਟ ਨਹੀਂ ਗਈ। ਇੱਕ ਆਵਾਜ਼ ਮਾਰੀ ਆ ਤੇ 200 ਸਾਲ ਬਾਅਦ ਉੱਥੋਂ ਫਿਰ 5 ਪਿਆਰੇ ਜਿਹੜੇ ਆ ਉੱਠ ਕੇ ਗੁਰੂ ਸਾਹਿਬ ਦੇ ਕੋਲ ਆਉਂਦੇ ਆ। ਹਰਿਦੁਆਰ ਸਾਹਿਬ ਤੋਂ 5 ਪਿਆਰਿਆਂ ਦੇ ਵਿੱਚੋਂ ਇੱਕ ਪਿਆਰਾ ਆਉਂਦਾ ਹੈ। ਬਿਦਰ ਤੋਂ ਭਾਈ ਹਿੰਮਤ ਸਿੰਘ ਜੀ ਆ ਜਾਂਦੇ ਆ ਹਨਾ। ਬਿਦਰ ਦੇ ਵਿੱਚ ਮਤਲਬ ਬਹੁਤ ਵੱਡਾ ਹਿੰਦੂ ਮਤ ਦਾ ਇੱਕ ਮੰਦਿਰ ਹੈ, ਉੱਥੇ ਵੀ ਇੱਕ ਵਾਰ ਬਾਬਾ ਜੀ ਗਏ ਆ, ਉੱਥੇ ਵੀ ਉਹਨਾਂ ਨੇ ਬਹੁਤ ਵੱਡਾ ਮਤਲਬ ਪ੍ਰਚਾਰ ਕੀਤਾ ਤੇ ਉੱਥੋਂ ਦਿੱਤੀ ਹੋਈ ਆਵਾਜ਼ 200 ਸਾਲ ਬਾਅਦ ਆਨੰਦਪੁਰ ਸਾਹਿਬ ਤੱਕ ਪਹੁੰਚਦੀ ਹੈ, ਖਿੱਚ ਲਿਆਉਂਦੀ ਹੈ। ਤੋ ਇਹ ਨੁਕਤੇ ਆ ਜੀ ਵੀ ਜਿਨ੍ਹਾਂ ਨੂੰ ਅਸੀਂ ਅੱਜ ਆਪਣੀ ਅੱਖਾਂ ਦੇ ਸਾਹਮਣੇ ਜੇ ਵਿਚਾਰੀਏ ਤੇ ਬੜਾ ਕੁਝ ਸਾਡੇ ਸਾਹਮਣੇ ਨਿਕਲ ਸਕਦਾ ਹੈ। ਔਰ ਦੂਜੀ ਗੱਲ ਜੀ ਨਾਲ ਮੈਂ ਇੱਕ ਅਰਜ਼ ਕਰਾਂ ਵੀ ਸ਼ਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਹੈ। ਮੈਂ ਚਾਹੁੰਦਾ ਸਾਂ ਵੀ ਥੋੜਾ ਜਿਹਾ ਜੀਵਨ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਦੇ ਉੱਤੇ ਵੀ ਲਾਵਾਂ ਤਾਂ ਕਿ ਸਾਡੇ ਲਈ ਥੋੜਾ ਜਿਹਾ ਸੌਖਾ ਹੋਰ ਹੋ ਜਾਏ। ਹਾਲਾਂਕਿ ਮੈਂ ਇਹ ਸਾਖੀ ਪਹਿਲਾਂ ਵੀ ਆਪ ਸੰਗਤ ਦੇ ਨਾਲ ਸਾਂਝੀ ਕੀਤੀ ਹੈ, ਪਰ ਮੈਂ ਉਹਦੇ ਵਿੱਚ ਜਦੋਂ ਉਹਨੂੰ ਇੱਕ ਵਿਦਵਾਨ ਨੂੰ ਹੋਰ ਪੜ੍ਹਿਆ ਤੇ ਮੈਨੂੰ ਉਹ ਸਾਖੀ ਦੇ ਵਿੱਚੋਂ ਹੋਰ ਕੁਝ ਬੜਾ ਵਧੀਆ ਮਿਲਿਆ। ਮੈਂ ਸੋਚਦਾ ਸਾਂ ਵੀ ਉਹ ਸਾਖੀ ਨੂੰ ਥੋੜਾ ਜਿਹਾ ਦੁਹਰਾਵਾਂ ਤੇ ਜਿਹੜੀਆਂ ਗੱਲਾਂ ਵਿੱਚ ਕੁਝ ਰਹਿ ਚੁੱਕੀਆਂ ਨੇ ਉਸ ਵਿਦਵਾਨ ਦੇ ਅਕੋਰਡਿੰਗ ਆਪ ਸੰਗਤ ਦੇ ਸਾਹਮਣੇ ਸਾਂਝੀ ਕਰਾਂ ਵੀ ਤਾਂ ਕਿ ਕਿਉਂਕਿ ਇਤਿਹਾਸ ਤੇ ਇਤਿਹਾਸ ਹੀ ਰਹਿੰਦਾ ਨਾ ਜੀ, ਪਰ ਨਜ਼ਰੀਆ ਹਰ ਇੱਕ ਇਨਸਾਨ ਦਾ ਵੱਖੋ ਵੱਖਰਾ ਹੈ ਤੇ ਜਿੰਨਾ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਉਹਦੇ ਵਿੱਚੋਂ ਕੁਝ ਨਾ ਕੁਝ ਨਵੀਂ ਤੋਂ ਨਵੀਂ ਗੱਲ ਸਾਨੂੰ ਮਿਲਦੀ ਰਹਿੰਦੀ ਹੈ। ਇਸ ਕਰਕੇ ਪੜ੍ਹਨਾ ਨਹੀਂ ਛੱਡਣਾ ਚਾਹੀਦਾ। ਹੁਣ ਜਪਜੀ ਸਾਹਿਬ ਹੈ, ਅਸੀਂ ਰੋਜ਼ਾਨਾ ਜਪਜੀ ਸਾਹਿਬ ਪੜ੍ਹਦੇ ਹਾਂ ਨਾ, ਤੇ ਕੋਈ ਬੰਦਾ ਕਹੇ ਜੀ ਇੱਕੋ ਬਾਣੀ ਨੂੰ ਵਾਰ-ਵਾਰ ਪੜ੍ਹਨ ਦੀ ਕੀ ਲੋੜ ਹੈ। ਨਹੀਂ ਭਾਈ, ਜਪਜੀ ਸਾਹਿਬ ਨੂੰ ਵਾਰ-ਵਾਰ ਪੜਾਂਗੇ, ਜਿੰਨਾ ਪੜਾਂਗੇ ਉਹਦੇ ਵਿੱਚੋਂ ਸਾਨੂੰ ਓਨਾ ਕੁਝ ਪ੍ਰਾਪਤ ਹੋਏਗਾ। ਇੱਕ ਪੰਕਤੀ ਵੀ ਲਿਖੀ ਹੋਵੇ ਨਾ ਦੀਵਾਰ ਦੇ ਉੱਤੇ, ਉਹਨੂੰ ਪੜ੍ਹ ਕੇ ਅਸੀਂ ਛੱਡ ਦਿੰਦੇ ਹਾਂ ਵੀ ਬਸ ਜੀ ਕੰਮ ਖਤਮ, ਇਹਨੂੰ ਪੜ੍ਹ ਲਿਆ, ਪਰ ਜਦੋਂ ਪੰਕਤੀ ਨੂੰ ਵਾਰ-ਵਾਰ ਸੋਚਾਂਗੇ ਉਹਦੇ ਵਿੱਚੋਂ ਬੜਾ ਕੁਝ ਸਾਡੇ ਸਾਹਮਣੇ ਨਿਕਲਦਾ ਹੈ। ਤੋ ਇਸ ਕਰਕੇ ਮੈਂ ਅਰਜ਼ ਕਰ ਰਿਹਾ ਜੀ ਕਿ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵਕਤ ਉਹ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਤੇ ਪਾਣੀ ਦਿੰਦੇ ਦਿੰਦੇ ਮਹਾਰਾਜ ਉਹਦੇ ਵਿੱਚੋਂ ਨਦੀਨਾਂ ਨੂੰ ਕੱਢ ਰਿਹਾ ਤੇ ਨਦੀਨ ਕੱਢਦੇ ਉਸੇ ਵਕਤ ਨਾ ਭਾਈ ਲੈਣਾ ਜੀ, ਹਾਲਾਂਕਿ ਗੁਰੂ ਅੰਗਦ ਸਾਹਿਬ ਮਹਾਰਾਜ ਨਹੀਂ ਬਣੇ ਉਹਨਾਂ ਨੇ ਬੜੇ ਸੋਹਣੇ ਰੇਸ਼ਮੀ ਕੱਪੜੇ ਪਹਿਨੇ ਆ, ਉਹ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਆ ਨਾ,
ਤੇ ਸੋਚਿਆ ਵੀ ਰਸਤੇ ਵਿੱਚ ਉਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਬਾਸਾ ਕੀਤਾ ਵੀ ਇੱਥੋਂ ਫਿਰ ਅੱਗੇ ਸਫ਼ਰ ਤੈਅ ਕਰਾਂਗੇ। ਉਸ ਜਗ੍ਹਾ ਤੇ ਉਹ ਰੁਕ ਗਏ। ਹਾਲਾਂਕਿ ਉਹ ਪਹਿਲਾਂ ਹੀ ਬਾਬਾ ਜੀ ਦਾ ਸ਼ਬਦ, ਮਹਾਰਾਜ ਦਾ ਸ਼ਬਦ ਪਹਿਲਾਂ ਹੀ ਸੁਣ ਚੁੱਕਿਆ, ਬਾਣੀ ਪਹਿਲਾਂ ਹੀ ਸੁਣ ਚੁੱਕਿਆ ਭਾਈ ਜੋਧ ਜੀ ਤੋਂ। ਹੁਣ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਲਾਗੇ ਹੀ ਕਰਤਾਰਪੁਰ ਸਾਹਿਬ ਦੀ ਧਰਤੀ ਹੈ, ਤੇ ਉੱਥੇ ਗੁਰੂ ਨਾਨਕ ਸਾਹਿਬ ਨੇ, ਉਹਨਾਂ ਦੇ ਅੰਦਰ ਤਾਂਘ ਆ ਗਈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਜਾਣ। ਉਹਨੇ ਆਪਣੇ ਸਾਰਿਆਂ ਨੂੰ ਕਿਹਾ ਵੀ ਤੁਸੀਂ ਏਦਾਂ ਕਰੋ, ਤੁਸੀਂ ਦੇਵੀ ਦੇ ਦਰਸ਼ਨਾਂ ਕਰਨ ਲਈ ਜਾਣਾ ਹੈ ਤੇ ਤੁਸੀਂ ਚਲੇ ਜਾਓ, ਪਰ ਮੈਂ ਥੋੜਾ ਜਿਹਾ ਬਾਬਾ ਜੀ ਨੂੰ ਮਿਲ ਕੇ ਆਉਣਾ। ਸੋਚਿਆ ਵੀ ਜੀਵਨ ਤੋਂ ਪਹਿਲਾਂ ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਵਾਂ, ਤੇ ਚਲਾ ਗਿਆ। ਖੁਸ਼ੀ ਦੇ ਮਾਰੇ ਸੋਹਣੇ ਰੇਸ਼ਮੀ ਕੱਪੜੇ ਪਹਿਨ ਲਏ, ਤੇ ਕੱਪੜੇ ਪਹਿਨੇ ਉਹਨੇ ਵੇਖਿਆ ਵੀ ਸਾਹਮਣੇ ਜਦੋਂ ਹਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਖੇਤੀ ਕਰ ਰਹੇ ਆ। ਮੈਂ ਨਾਲ ਇਹ ਵੀ ਅਰਜ਼ ਕਰ ਦਵਾਂ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਹਿਰਾਵਾ ਸੀ, ਜਨਮ ਸਾਖੀਆਂ ਦੇ ਵਿੱਚ ਇਹ ਦੱਸਿਆ ਗਿਆ ਵੀ ਮਹਾਰਾਜ ਚਾਦਰਾ ਲਾਉਂਦੇ ਸੀ ਤੇ ਸਿਰ ਦੇ ਉੱਤੇ ਗੋਲ ਦਸਤਾਰ ਪਹਿਨਦੇ ਸੀ, ਗੋਲ ਦਸਤਾਰ ਬੰਨ੍ਹਦੇ ਸੀ, ਤੇ ਚਿੱਟਾ ਚਾਦਰਾ ਮਤਲਬ ਮਹਾਰਾਜ ਦਾ ਜਿਹੜਾ ਸੀ ਉਹ ਇੱਕ ਤਰ੍ਹਾਂ ਦਾ ਬਾਣਾ ਸੀ, ਉਹ ਲਾਉਂਦੇ ਸੀ, ਕੁੜਤਾ ਪਹਿਨਣਾ ਉੱਪਰ। ਤੇ ਜਦੋਂ ਗੁਰੂ ਪਾਤਸ਼ਾਹ ਜੀ ਉੱਥੇ ਗਏ ਨਾ, ਤੇ ਉਹਨਾਂ ਨੇ ਵੇਖਿਆ ਵੀ ਮਹਾਰਾਜ ਖੇਤਾਂ ਦੇ ਵਿੱਚ ਨਾ ਨਦੀਨ ਕੱਢ ਰਿਹਾ, ਤੇ ਉਹ ਉਹਨਾਂ ਦੇ ਕੋਲ ਜਾਂਦੇ ਆ ਤੇ ਉਹਨਾਂ ਦੇ ਕੋਲ ਜਾ ਕੇ ਇਹ ਗੱਲ ਕਹਿੰਦੇ ਆ ਕਿ ਪਾਤਸ਼ਾਹ ਜੀ ਮੈਂ ਆਇਆ। ਸਤਿਗੁਰੂ ਕਹਿੰਦੇ ਕੀ ਕੰਮ ਹੈ? ਉਹਨੇ ਆਖਿਆ ਕਿ ਪਾਤਸ਼ਾਹ ਜੀ ਕੁਝ ਬਚਨ ਤੁਹਾਡੇ ਮੁਖੋਂ ਸੁਣਨਾ ਆਇਆ। ਪਾਤਸ਼ਾਹ ਕਹਿੰਦੇ ਠੀਕ ਹੈ ਵੀ ਬਚਨ ਤਾਂ ਸੁਣਾ ਦਾਂਗਾ, ਪਰ ਬਚਨ ਸੁਣਾਉਣ ਦੇ ਲਈ ਤੈਨੂੰ ਸਭ ਤੋਂ ਪਹਿਲਾਂ ਇਹ ਕਰਨਾ ਪੈਣਾ ਵੀ ਮੇਰੇ ਨਾਲ ਇਸ ਖੇਤ ਦੇ ਵਿੱਚ ਨਦੀਨ ਕਢਾਉਣੇ ਪੈਣੇ ਆ। ਇਹ ਪ੍ਰੀਖਿਆ ਦੀ ਘੜੀ ਹੈ, ਔਰ ਵੇਖਣਾ ਸੀ ਪਾਤਸ਼ਾਹ ਨੇ ਵੀ ਕਿੰਨਾ ਕੁ ਟਲਿਆ ਹੋਇਆ। ਉਹਨੂੰ ਅੰਦਰ ਲੈ ਗਏ, ਪਾਣੀ ਪੂਰਾ ਜਿਹੜਾ ਸੀ ਉਹ ਵਗ ਰਿਹਾ, ਤੇ ਭਾਈ ਲਹਿਣਾ ਜੀ ਨੇ ਆਪਣੇ ਜਿਹੜੇ ਬਸਤਰ ਨੇ, ਰੇਸ਼ਮੀ ਕੱਪੜੇ ਪਹਿਨੇ ਹੋਇਆ, ਸੋਹਣੇ ਕੱਪੜੇ ਪਹਿਨੇ ਹੋਇਆ, ਕੱਪੜਿਆਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਨਦੀਨ ਕੱਢਣੇ ਸ਼ੁਰੂ ਕਰਤੇ। ਜਦੋਂ ਆਪਾਂ ਪਾਣੀ ਦੇ ਵਿੱਚੋਂ ਨਾ ਕਿਸੇ ਚੀਜ਼ ਨੂੰ ਕੱਢਦੇ ਹਾਂ ਜੜਾਂ ਦੇ ਸਮੇਤ, ਤੇ ਸਾਨੂੰ ਪਤਾ ਹੈ ਵੀ ਉਹ ਚਿੱਕੜ ਵਾਲਾ ਹਨਾ ਉਹਦਾ ਥੱਲੜਾ ਹਿੱਸਾ ਹੁੰਦਾ ਹੈ। ਉਹਨਾਂ ਨੇ ਨਦੀਨ ਕੱਢੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਇੱਕ ਗੱਲ ਕਹਿੰਦੇ ਆ, ਕਹਿੰਦੇ ਕਿ ਇਦਾਂ ਕਰੋ, ਇਹਦੀਆਂ 2 ਪੰਡਾ ਬਣਾ ਲਓ। ਇਹ ਗੱਲ ਕਿਉਂਕਿ ਨਵੀਂ ਮੈਨੂੰ ਮਿਲੀ ਉਹਦੇ ਵਿੱਚੋਂ ਵਿਚਾਰਨ ਨੂੰ। ਉਹ ਕਹਿੰਦੇ ਵੀ ਇਹਦੀਆਂ 2 ਪੰਡਾ ਬਣਾ ਲਓ। ਤੇ ਭਾਈ ਲਹਿਣਾ ਜੀ ਕਹਿੰਦੇ ਵੀ 2 ਪੰਡਾ ਮਹਾਰਾਜ ਕਿਉਂ ਬਣਾਉਣੀਆਂ ਨੇ? ਉਹ ਕਹਿੰਦੇ ਇਸ ਕਰਕੇ ਵੀ 1 ਪੰਡ ਮੈਂ ਚੁੱਕਾਂਗਾ ਤੇ 1 ਪੰਡ ਤੁਸੀਂ ਚੁੱਕਿਓ। ਹੁਣ ਜਦੋਂ ਇਹ ਗੱਲ ਕਹੀ ਤੇ ਭਾਈ ਲਹਿਣਾ ਜੀ ਕਹਿੰਦੇ ਨਹੀਂ ਗੁਰੂ ਸਾਹਿਬ ਜੀ, ਮੇਰੇ ਹੁੰਦਿਆਂ ਹੋਇਆਂ ਤੁਸੀਂ ਪੰਡ ਚੁੱਕੋ, ਮੈਨੂੰ ਇਹ ਚੰਗਾ ਨਹੀਂ ਲੱਗਦਾ। ਤੁਸੀਂ ਏਦਾਂ ਕਰੋ 1 ਪੰਡ ਬਣਾ ਦਿਓ, ਮੈਂ ਇਹ 1 ਪੰਡ ਇਕੱਲਾ ਹੀ ਚੁੱਕ ਲਾਂਗਾ। ਕਿਉਂਕਿ ਗੁਰੂ ਸਾਹਿਬ ਜੀ ਆਪਾਂ ਨੂੰ ਪਤਾ ਹੈ ਨਾ ਵੀ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਮੱਲ ਅਖਾੜਿਆਂ ਦੀ ਸ਼ੁਰੂਆਤ ਜਿਹੜੀ ਸੀ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕੀਤੀ ਸੀ ਖਡੂਰ ਸਾਹਿਬ ਦੀ ਧਰਤੀ ਤੇ ਉਹਨਾਂ ਦਾ ਸਰੀਰ ਵੀ ਬਿਲਕੁਲ ਪਹਿਲਵਾਨਾਂ ਵਰਗਾ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ। ਉਹਨਾਂ ਨੇ ਉਦਾਂ ਹੀ ਸਿਰ ਤੇ ਪੰਡ ਨੂੰ ਚੁੱਕਿਆ, ਤੇ ਉਸ ਪੰਡ ਦੇ ਵਿੱਚੋਂ ਜੜਾਂ ਦੇ ਵਿੱਚੋਂ ਜਿਹੜਾ ਚਿੱਕੜ ਸੀ ਉਹ ਤੁਪ ਕੇ ਉਹਨਾਂ ਦੇ ਪੂਰੇ ਜਿਹੜੇ ਕੱਪੜੇ ਸੀ ਉਹਨਾਂ ਦੇ ਉੱਤੇ ਪੈ ਗਏ। ਪੂਰੇ ਕੱਪੜੇ ਜਿਹੜੇ ਸੀ ਨਵੇਂ ਰੇਸ਼ਮੀ, ਉਹ ਬਿਲਕੁਲ ਖਰਾਬ ਹੋ ਗਏ। ਏਦਾਂ ਲੱਗ ਰਿਹਾ ਸੀ ਜਿਵੇਂ ਉੱਪਰ ਗਾਰਾ ਸੁੱਟਿਆ ਹੋਵੇ। ਤੇ ਜਿਵੇਂ ਗਏ ਨਾ, ਤੇ ਸਾਹਮਣੇ ਮਾਤਾ ਸੁਲੱਖਣੀ ਜੀ ਹਨਾ, ਉਹਨਾਂ ਨੇ ਵੇਖਿਆ ਭਾਈ ਲਹਿਣਾ ਜੀ ਨੂੰ। ਉਹ ਕਹਿੰਦੇ ਮਹਾਰਾਜ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਵੀ, ਉਹ ਗੁੱਸੇ ਦੇ ਵਿੱਚ ਇੱਕ ਵਚਨ ਕਹਿੰਦੇ ਗੁਰੂ ਸਾਹਿਬ ਨੂੰ ਵੀ ਮੈਨੂੰ ਤੁਹਾਡੇ ਉੱਤੇ ਇਸ ਗੱਲ ਦਾ ਬੜਾ ਗੁੱਸਾ ਆਇਆ ਵੀ ਸਾਡੇ ਘਰ ਦੇ ਵਿੱਚ ਕੋਈ ਮਹਿਮਾਨ ਆਇਆ ਤੇ ਤੁਸੀਂ ਇਹਨਾਂ ਤੋਂ ਪੰਡ ਚੁਕਾ ਦਿੱਤੀ। ਇਹਨਾਂ ਦੇ ਕੱਪੜਿਆਂ ਦੇ ਉੱਤੇ ਦੇਖੋ ਕਿੰਨਾ ਗਾਰਾ ਲੱਗਿਆ ਹੋਇਆ, ਤੁਸੀਂ ਇਹਨਾਂ ਦੇ ਕੱਪੜਿਆਂ ਨੂੰ ਤਾਂ ਵੇਖ ਲੈਂਦੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਜਗ੍ਹਾ ਦੇ ਉੱਤੇ ਇੱਕ ਬੜਾ ਪਿਆਰਾ ਬਚਨ ਕਹਿੰਦੇ ਆ। ਸਤਿਗੁਰੂ ਕਹਿੰਦੇ ਕਿ ਸੁਲੱਖਣੀਏ, ਜਿਹੜਾ ਤੈਨੂੰ ਅੱਜ ਗਾਰਾ ਦਿਖ ਰਿਹਾ ਨਾ, ਇੱਕ ਦਿਨ ਇਹੀ ਗਾਰਾ ਤੈਨੂੰ ਕੇਸਰ ਲੱਗੇਗਾ। ਜਿਹੜੀ ਦੁਨੀਆ ਨੂੰ ਅੱਜ ਇਹ ਚੀਜ਼ ਗਾਰਾ ਲੱਗ ਰਹੀ ਹੈ ਨਾ, ਇੱਕ ਦਿਨ ਇਹੀ ਗਾਰਾ ਦੁਨੀਆ ਦੇ ਸਾਹਮਣੇ ਕੇਸਰ ਦੇ ਵਾਂਗੂ ਫੈਲੇਗਾ ਤੇ ਦੁਨੀਆ ਇਹਨੂੰ ਯਾਦ ਰੱਖੇਗੀ। ਇਹ ਬਾਬਾ ਜੀ ਨੇ ਉਸ ਜਗ੍ਹਾ ਦੇ ਉੱਤੇ ਬਚਨ ਕੀਤੇ। ਤੋ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੀ ਪੂੰਦ ਲਗਾਈ ਗਈ, ਉਹਦੇ ਵਿੱਚੋਂ ਫਿਰ ਭਾਈ ਲਹਿਣਾ ਜੀ ਦਾ ਜਨਮ ਹੁੰਦਾ ਹੈ। ਤੋ ਇਸ ਕਰਕੇ ਵੀ ਜਦੋਂ ਪੂਰੇ ਗੁਰੂ ਨੂੰ ਅਰਾਧਾਂਗੇ ਤੇ ਪੂਰੇ ਗੁਰੂ ਵਰਗੇ ਬਣ ਵੀ ਜਾਵਾਂਗੇ। ਤੋ ਇਸ ਕਰਕੇ ਇਹ ਕੁਝ ਗੱਲਾਂ ਮੈਨੂੰ ਉਹਨਾਂ ਦੇ ਜੀਵਨ ਦੇ ਵਿੱਚੋਂ ਮਿਲੀਆਂ ਕਿ ਜਦੋਂ ਉਹਨਾਂ ਨੇ, ਕਿਉਂਕਿ ਜਦੋਂ ਅਸੀਂ ਹਰ ਇੱਕ ਚੀਜ਼ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਤੇ ਬੜਾ ਕੁਝ ਉਹਦਾ ਸਾਡੇ ਸਾਹਮਣੇ ਆ ਜਾਂਦਾ ਹੈ। ਅਖੀਰ 'ਚ ਪਾਤਸ਼ਾਹ ਜੀ ਕਹਿੰਦੇ ਆ ਕਿ ਕਰਮ ਪੂਰਾ ਪੂਰਾ ਗੁਰੂ ਪੂਰਾ ਜਾਕਾ ਬੋਲ, ਕਿ ਮਾਲਕ ਦੀ ਜਿਹੜੀ ਬਖਸ਼ਿਸ਼ ਹੈ ਉਹ ਪੂਰੀ ਹੈ, ਤੇ ਉਹ ਜਿਹੜਾ ਗੁਰੂ ਹੈ ਉਹ ਪੂਰਾ ਹੈ, ਤੇ ਉਸ ਪੂਰੇ ਗੁਰੂ ਦਾ ਪੂਰਾ ਹੀ ਬੋਲ ਹੈ। ਭਾਵ ਗੁਰੂ ਜੋ ਕਹਿੰਦਾ ਹੈ ਉਹ ਸੱਤ ਹੋ ਜਾਂਦਾ ਹੈ।
पर नाल चेते रखियो इंसान अनकंप्लीट है। एक विद्वान कहता कि एक बंदा ना गुरु की भाल दे विच चला गया, गुरु की भाल दे विच जांदा रहा, उन्हें हर एक गुरु के कोल गया, उहदे विच कोई घाट कढ दित्ती भी आ गुरु दे विच आ नहीं आ, वो गुरु दे विच ये नहीं आ, करदे करदे 99 गुरु उन्हें गा ले। 99 तो बाद जदों 100वें गुरु के कोल गया तो 100वें गुरु नूं कहंदा भी मैं तुहानूं अपना गुरु बनाउणा चाहुंदा, मैं तुहाडी घोख पड़ताल करनी है। तो जिहड़ा वो 100वां गुरु है ना, उहनूं कहंदा नहीं तेरे बस की गल नहीं। वो कहंदा क्यों जी? कहंदा जिन पिछे तूं 99 छड्ड के गया ना, जे तेनों 99 दे विचों कुछ नहीं मिलिया तो तेनों मिलना 100वें दे विचों भी कुछ नहीं। तो जिहड़ी गल तू कहना भी उहदे विच फलानी घाट है, तू ये दस भी किहड़ा संसार दे विच जीव है जिहदे विच कोई ना कोई घाट ना होवे। तो इस करके कहंदा गल 100 दी नहीं आ, जे तेनों 99 दे विचों भी कुछ नहीं मिलिया तो लभना तेनों 100 दे विचों भी कुछ नहीं है। तो इस करके जी अनकंप्लीट सारे आ, कंप्लीट होने दे लई सानूं गुरु के शब्द दे विच जोड़ना पवेगा। तो अखीर ते सतगुरु कहंदे नानक पूरा जिक्र है घटै नाही तोल, कि मालिक जी वो पूरे आ जिन्हां ते बख्शिश कर दिंदे आ। तो ये गल सानूं समझ आ जाती है कि ना तो मालिक नूं तोलिया जा सकता है, ना तो मालिक घट सकता है, ना वो मरै ना होवै सोग दिंदा रहे ना चुकै भोग। परैरा साहिब दे विचों भी ये बचन पढ़ते हैं। सो सतगुरु किरपा करन जी, इन्नियां क बेनतियां साध संगत प्रवान करनियां, होईयां भुलां दी खिमा बख्शनी, सारी संगत प्यार सत्कार दे नाल उचारण करो। आखो जी वाहिगुरू जी का खालसा वाहिगुरू जी की फतेह।